बाल जुआनी अर बिरद फुन, तीन अवस्था जान। कहो नानक हर भजन बिन, बिरथा सब ही मान। वाहिगुरु जी का खालसा, वाहिगुरु जी की फतेह। राजान राज सतगुरु, भानान भान सतगुरु, देवान देव उपमा महान सतगुरु। धन धन सतगुरु श्री गुरु ग्रंथ साहिब महाराज सच्चे पातशाह जी दी पावन पवित्र हजूरी दे अंदर ਅਤੇ ABP ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੁੜੀ ਹੋਈ ਸਮੁੱਚੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰਚਿਤ ਕਰੀਏ ਔਰ ਜਰਾ ਇਸ ਗੱਲ ਦੀ ਵਿਚਾਰ ਕਰੀਏ ਕਿ ਇਸ ਸੰਸਾਰਕ ਜੀਵਨ ਦੇ ਵਿੱਚ ਇਸ ਇਨਸਾਨ ਨੂੰ ਨਿਰੰਕਾਰ ਤੱਕ, ਭਗਵਾਨ ਤੱਕ ਪਹੁੰਚਣ ਦੇ ਲਈ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਉਪਦੇਸ਼ ਕਰਦੇ ਨੇ। ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਇਸ ਵਿਛੜੀ ਹੋਈ ਜੀਵ ਆਤਮਾ ਨੂੰ ਉਸ ਪਰਮ ਆਤਮਾ ਤੱਕ ਪਹੁੰਚਣ ਦਾ ਸਦਾ ਹੀ ਸੰਦੇਸ਼ ਦਿੰਦੀ ਹੈ। ਜਿਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਬਦ ਵਰਤੇ ਕਿ ਤੇਗ ਬਹਾਦਰ ਪੁੰਨਯ ਸਰੂਪਾ, ਸਤ ਸਰੂਪ ਅਖੰਡ ਅਜੈ। ਕਿ ਗੁਰੂ ਕਿਆ ਸਿੱਖਾ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਮੂਰਤ ਨੂੰ ਕੇਵਲ ਪੰਜ ਭੂਤਕ ਸਰੀਰ ਦਾ ਮੁਹਤਾਜ ਨਾ ਸਮਝੀ, ਬਲਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਖੁਦ ਨਿਰੰਕਾਰ ਸੰਸਾਰ ਤੇ ਪ੍ਰਗਟ ਹੋ ਕਰਕੇ ਇਨਸਾਨ ਨੂੰ ਪਰਮਾਤਮਾ ਦੇ ਨਾਮ ਦਾ ਹੋਕਾ ਦੇ ਰਿਹਾ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਕਰਦੇ ਨੇ ਕਿ ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਖਾਲਸਾ ਜੀ, ਸੰਸਾਰ ਦੇ ਵਿੱਚ ਜਦੋਂ ਇਸ ਇਨਸਾਨ ਦਾ ਜਨਮ ਹੁੰਦਾ ਤਾਂ ਜਨਮ ਔਰ ਮੌਤ ਦੇ ਵਿਚਕਾਰ ਜੋ ਇਸ ਇਨਸਾਨੀ ਜੀਵਨ ਦੇ ਤਿੰਨ ਪੜਾਵ ਨੇ, ਪਹਿਲਾ ਬਚਪਨ ਦਾ, ਦੂਸਰਾ ਜਵਾਨੀ ਦਾ ਔਰ ਤੀਸਰਾ ਬੁਢੇਪੇ ਦਾ। ਲੇਕਿਨ ਸੰਸਾਰ ਦੇ ਵਿੱਚ ਜਨਮ ਹੁੰਦਿਆਂ ਹੀ ਮਾਇਆ ਦੀ ਪੱਟੀ ਐਸੀ ਅੱਖਾਂ 'ਤੇ ਪੈਂਦੀ ਹੈ, ਬੰਦਾ ਐਸਾ ਮਾਇਆ ਦੇ ਵਿੱਚ ਗਲਕਤ ਹੁੰਦਾ, ਸੰਸਾਰ ਦੀ ਤ੍ਰਿਸ਼ਨਾ ਦੇ ਵਿੱਚ ਗਲਕਤ ਹੁੰਦਾ ਕਿ ਬੰਦਾ ਇਹਨਾਂ ਅਵਸਥਾਵਾਂ ਦੇ ਵਿੱਚ ਰਹਿੰਦਾ ਹੋਇਆ ਸੰਸਾਰ 'ਚ ਉਲਝ ਕੇ ਰਹਿ ਜਾਂਦਾ। ਪਰੰਤੂ ਜਿਸ ਨਿਰੰਕਾਰ ਨੇ ਸੰਸਾਰ ਦੇ ਉੱਤੇ ਪਰਮਾਤਮਾ ਦੀ ਬੰਦਗੀ ਕਰਨ ਲਈ ਭੇਜਿਆ ਹੁੰਦਾ, ਉਹਨੂੰ ਆਪਣੇ ਮਨ ਦੇ ਵਿੱਚੋਂ ਵਿਸਾਰ ਦਿੰਦਾ, ਕਦੇ ਵੀ ਉਸ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਕਿਉਂਕਿ ਹਮੇਸ਼ਾ ਸੰਸਾਰ ਦੇ ਵਿੱਚ ਸੰਸਾਰੀ ਕਾਰਜ, ਸੰਸਾਰੀ ਫਰਜ਼ ਨਿਭਾਉਣ ਦੀ ਸਿੱਖਿਆ ਤੇ ਸੰਸਾਰ ਵਿੱਚ ਮਿਲ ਜਾਂਦੀ ਹੈ, ਪਰੰਤੂ ਸੰਸਾਰ ਦੇ ਵਿੱਚ ਰਹਿ ਕਰਕੇ ਨਿਰੰਕਾਰ ਦੀ ਬੰਦਗੀ ਕਿਸ ਤਰ੍ਹਾਂ ਕੀਤੀ ਜਾਵੇ, ਪਰਮਾਤਮਾ ਦੀ ਬੰਦਗੀ ਕਿਸ ਤਰ੍ਹਾਂ ਕੀਤੀ ਜਾਵੇ, ਅੰਦਰ ਦੀ ਖੋਜ ਕਿਸ ਤਰ੍ਹਾਂ ਕੀਤੀ ਜਾਵੇ, ਬੰਦਾ ਕਦੇ ਵੀ ਅੰਦਰ ਦੀ ਖੋਜ ਵੱਲ ਝਾਤ ਨਹੀਂ ਪਾਉਂਦਾ। ਸੋ ਸਤਿਗੁਰੂ ਕਹਿੰਦੇ ਤੇਰੇ ਇਨਸਾਨੀ ਜੀਵਨ ਦੀਆਂ ਤਿੰਨ ਅਵਸਥਾਵਾਂ ਨੇ, ਤਿੰਨ ਪੜਾਅ ਨੇ, ਬਾਲ ਜਵਾਨੀ ਅਰ ਬਿਰਧ ਫੁਨ। ਇਹ ਜੀਵਨ ਦੇ ਤਿੰਨ ਪੜਾਵ ਨੇ। ਤੀਨ ਅਵਸਥਾ ਜਾਣ, ਤੂੰ ਸਾਰੇ ਪੜਾਅ ਪਾਰ ਕੀਤੇ, ਲੇਕਿਨ ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਪਰਮਾਤਮਾ ਦਾ ਭਜਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਤੇ ਫਿਰ ਸੱਚ ਜਾਣੀ ਇਹ ਤੇਰਾ ਜੀਵਨ ਇਹ ਪਰਮਾਤਮਾ ਦੀ ਦਰਗਾਹ ਦੇ ਲੇਖੇ ਵਿੱਚ ਨਹੀਂ ਆਇਆ, ਇਹ ਬਿਰਥਾ ਚਲਾ ਗਿਆ, ਵਿਅਰਥ ਚਲਾ ਗਿਆ। ਜਿਹੜਾ ਅਵਸਰ, ਜਿਹੜਾ ਮੌਕਾ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਪ੍ਰਾਪਤ ਹੋਇਆ ਸੀ, ਤੂੰ ਆਪਣਾ ਉਹ ਮੌਕਾ ਗਵਾ ਬੈਠਾ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਇਨਸਾਨੀ ਜੀਵਨ ਦੇ ਪੜਾਅ ਵੰਡੇ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਐ ਗੁਰੂ ਕਿਆ ਸਿੱਖਾ, ਪਰਮਾਤਮਾ ਦੀ ਬੰਦਗੀ ਕਰ। ਕਿਉਂਕਿ ਜਿਨ੍ਹਾਂ ਨੇ ਬੰਦਗੀ ਨਹੀਂ ਕੀਤੀ ਉਹਨਾਂ ਦਾ ਹਾਲ ਕੀ ਹੋਇਆ। 10 ਬਾਲ ਤਨ 20 ਰਵਣ ਤੀਸਾ ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ 85 ਪੱਗ ਖਿਸੈ, 60 ਕੋ ਬੁਢੇਪਾ ਆਵੈ, 70 ਕਾ ਮਤਹੀਨ 80 ਕਾ ਵਿਵਹਾਰ ਨਾ ਪਾਵੈ।
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਦੋਂ ਬੱਚਾ ਸੀ, ਜਦੋਂ ਬਚਪਨ ਦੇ ਵਿੱਚ ਸੀ, ਜਨਮ ਹੋਇਆ ਤੇ ਖੇਡਾਂ ਕੂਦਾਂ ਦੇ ਵਿੱਚ, ਖਿਡੌਣਿਆਂ ਦੇ ਵਿੱਚ ਉਲਝ ਕੇ ਰਹਿ ਗਿਆ। ਸੰਸਾਰ ਦੇ ਖਿਡੌਣਿਆਂ ਵਿੱਚ ਉਲਝ ਕੇ ਨਿਰੰਕਾਰ ਦੇ ਨਾਮ ਦੀ ਬੰਦਗੀ ਨਾ ਕੀਤੀ। ਤੇ ਸੱਚੀ ਗੱਲ ਹੈ ਕਿ ਜਦੋਂ ਬੱਚਾ ਹੁੰਦਾ ਹੈ ਤੇ ਮਾਂ-ਪਿਓ ਵੀ ਇਹ ਗੱਲ ਕਹਿ ਦਿੰਦੇ ਆ ਕਿ ਹਲੇ ਉਮਰ ਨਹੀਂ, ਹਲੇ ਖੇਡਣ ਦੀ ਉਮਰ ਹੈ। ਥੋੜਾ ਵੱਡਾ ਹੁੰਦਾ ਹੈ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਹਜੇ ਸੰਸਾਰ ਦੇ ਫਰਜ਼ ਨਿਭਾਉਣ ਦੀ ਉਮਰ ਹੈ, ਸੰਸਾਰ ਦੀ ਪੜ੍ਹਾਈ ਕਰਨ ਦੀ ਉਮਰ ਹੈ। ਬੰਦਾ ਜਵਾਨੀ ਵਿੱਚ ਸੋਚਦਾ ਕਿ ਬੁਢੇਪੇ ਵਿੱਚ ਜਾ ਕੇ ਜਪਾਂਗਾ, ਪਰ ਭਗਤ ਸਾਹਿਬ ਕਹਿੰਦੇ ਕਿ ਬੁਢੇਪੇ ਦੇ ਵਿੱਚ ਜਾ ਕੇ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਨੈਣ ਹੋ ਨੀਰ ਵਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਣੀ। ਕਿ ਬਚਪਨ ਵਿੱਚ ਨਹੀਂ ਜਪਿਆ, ਜਵਾਨੀ ਵਿੱਚ ਨਹੀਂ ਜਪਿਆ, ਹੁਣ ਬੁਢੇਪੇ ਦੇ ਵਿੱਚ ਸਰੀਰ ਨੇ ਇਤਨੀ ਅਵਸਥਾ ਦਾ ਮਾਲਕ ਨਹੀਂ ਰਿਹਾ ਕਿ ਹੁਣ ਤੂੰ ਬੈਠ ਕੇ ਪ੍ਰਮਾਤਮਾ ਦੀ ਬੰਦਗੀ ਕਰ ਸਕੇ। ਖਾਲਸਾ ਜੀ, ਇਸੇ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇਹ 3 ਪੜਾਅ ਨੇ ਤੇਰੀ ਜ਼ਿੰਦਗੀ ਦੇ ਵਿੱਚ। ਇਹਨਾਂ 3 ਪੜਾਵਾਂ ਦੇ ਵਿੱਚ ਆਪਣੇ ਇਸ ਮਨੁੱਖਾ ਦੇਹੀ ਦੇ ਅਵਸਰ ਨੂੰ, ਇਸ ਮਨੁੱਖਾ ਦੇਹੀ ਦੇ ਵਿੱਚ ਜੋ ਤੈਨੂੰ ਮੌਕਾ ਮਿਲਿਆ ਹੈ ਪਰਮਾਤਮਾ ਦੀ ਬੰਦਗੀ ਦਾ, ਉਸ ਨੂੰ ਸਾਂਭ, ਹੰਬਲਾ ਮਾਰ। ਸਤਿਗੁਰੂ ਨੇ ਕਿਹਾ ਕਿ ਆਗਾਹਾ ਕੂ ਤਰਾਗ, ਪਿਛਾਂ ਫੇਰ ਨਾ ਮੋਹ ਡੜਾ, ਨਾਨਕ ਸਿਜ ਅਵੇਹਾ ਵਾਰ, ਬਹੁੜ ਨਾ ਹੋਵੀ ਜਨਮੜਾ। ਕਿ ਅਗਾਂਹ ਨੂੰ ਚਾਲਾ ਪਾ। ਵੇਖੋ ਸੰਸਾਰ ਦੇ ਵਿੱਚ ਵੀ ਕੋਈ ਬੱਚਾ ਸਕੂਲ ਦੇ ਵਿੱਚ ਪੜ੍ਹਦਾ ਹੋਵੇ ਨਾ, ਪਹਿਲੀ ਕਲਾਸ ਦੇ ਵਿੱਚ ਪੜ੍ਹਦਾ ਹੋਵੇ ਤੇ ਹਮੇਸ਼ਾ ਉਹਨੂੰ ਇਹ ਕਿਹਾ ਜਾਂਦਾ ਹੈ ਕਿ ਚੰਗੀ ਤਰ੍ਹਾਂ ਪੜ੍ਹਾਈ ਕਰੀ, ਪ੍ਰੀਖਿਆ ਦੇ ਵਿੱਚੋਂ ਪਾਸ ਹੋ ਜਾਵੀਂ ਤਾਂ ਜੋ ਤੂੰ ਬੈਕ ਨਾ ਆਵੇ, ਅਗਾਂਹ ਨੂੰ ਜਾਵੇਂ, ਦੂਸਰੀ ਕਲਾਸ ਦੇ ਵਿੱਚ ਤੇਰਾ ਐਡਮਿਸ਼ਨ ਹੋ ਜਾਵੇ। ਪਰੰਤੂ ਸੰਸਾਰ ਦੇ ਵਿੱਚ, ਇਨਸਾਨੀ ਜੀਵਨ ਦੇ ਵਿੱਚ ਬੰਦੇ ਦੇ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ ਕਿ ਇਹ ਅਗਾਂਹ ਨਹੀਂ ਜਾਂਦਾ ਬਲਕਿ ਪਿਛਾਂ ਨੂੰ ਬੈਕ ਮਾਰ ਜਾਂਦਾ ਹੈ, ਹੋਰ ਗਲਕਤ ਹੋ ਜਾਂਦਾ। ਸਤਿਗੁਰੂ ਨੇ ਇਸੇ ਕਿਹਾ ਕਿ ਨਾਨਕ ਸਿਜ ਅਵੇਹਾ ਵਾਰ, ਇਹ ਜੋ ਤੈਨੂੰ ਮੌਕਾ ਮਿਲਿਆ, ਇਹ ਜੋ ਤੈਨੂੰ ਅਵਸਰ ਮਿਲਿਆ, ਇਹਦੇ ਵਿੱਚ ਹੰਬਲਾ ਮਾਰ ਕੇ ਉਦਮ ਕਰੋ ਵਡਭਾਗੀ ਹੋ, ਸਿਮਰੋ ਹਰ ਹਰ ਰਾਏ। ਉਸ ਪਰਮਾਤਮਾ ਨੂੰ ਚੇਤੇ ਕਰਨਾ ਸ਼ੁਰੂ ਕਰ। ਮੈਂ ਬੇਨਤੀ ਕਰਾਂ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ 3 ਅਵਸਥਾਵਾਂ ਦਸੀਆਂ, ਬਾਲ, ਜਵਾਨੀ ਅਰ ਬਿਰਧ। ਤੇ ਮੈਂ ਬੇਨਤੀ ਕਰਾਂ ਕਿ ਮਹਾਰਾਜ ਨੇ ਕੇਵਲ ਜਵਾਨੀ ਤੇ ਬਿਰਧ ਅਵਸਥਾ ਨਹੀਂ ਗਿਣੀ, ਮਹਾਰਾਜ ਨੇ ਬਾਲ ਭਾਵ ਕੇ ਬਚਪਨ ਦੀ ਅਵਸਥਾ ਨੂੰ ਵੀ ਗਿਣਿਆ। ਇੱਥੋਂ ਇਹ ਗੱਲ ਵੀ ਸਪਸ਼ਟ ਹੁੰਦੀ ਹੈ ਕਿ ਜਿਹੜੇ ਇਹ ਕਹਿੰਦੇ ਆ ਕਿ ਬਚਪਨ ਵਿੱਚ ਨਹੀਂ, ਜਵਾਨੀ ਵਿੱਚ ਜਾਂ ਬੁਢੇਪੇ ਵਿੱਚ ਜਪਾਂਗੇ, ਸਤਿਗੁਰੂ ਨੇ ਕਿਹਾ ਨਹੀਂ, ਬਲਕਿ ਜਵਾਨੀ ਜਾਂ ਬੁਢੇਪੇ ਵਿੱਚ ਨਹੀਂ। ਜੇ ਤੂੰ ਬੰਦਗੀ ਪਰਮਾਤਮਾ ਦੀ ਸ਼ੁਰੂ ਕਰਨੀ ਹੈ ਫਿਰ ਤੂੰ ਜਨਮ ਤੋਂ ਹੀ ਲੈ ਕਰਕੇ ਪਰਮਾਤਮਾ ਦੀ ਬੰਦਗੀ ਸ਼ੁਰੂ ਕਰ ਦੇ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਉਦਾਹਰਨ ਆਉਂਦੇ ਨੇ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਿ ਜਿਸ ਤਰ੍ਹਾਂ ਭਗਤ ਧਰੂ ਨੇ ਜਪਿਆ, ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਨੇ ਜਪਿਆ, ਤੂੰ ਉਸ ਤਰ੍ਹਾਂ ਜਪ। ਤੇ ਜੇਕਰ ਸਤਿਗੁਰੂ ਨੂੰ ਪੁੱਛੀਏ ਕਿ ਮਹਾਰਾਜ ਭਗਤ ਹੋਰ ਵੀ ਨੇ, ਪਰ ਭਗਤ ਧਰੂ ਤੇ ਭਗਤ ਪ੍ਰਹਿਲਾਦ ਦਾ ਜ਼ਿਕਰ ਕਿਉਂ? ਕਿਉਂਕਿ ਖਾਲਸਾ ਜੀ ਉਹਨਾਂ ਨੇ ਬਚਪਨ ਦੇ ਵਿੱਚੋਂ ਭਗਤੀ ਸ਼ੁਰੂ ਕੀਤੀ, ਬਚਪਨ ਦੇ ਵਿੱਚ ਪਰਮਾਤਮਾ ਦੀ ਬੰਦਗੀ ਸ਼ੁਰੂ ਕੀਤੀ ਤੇ ਪਰਮਾਤਮਾ ਨੇ ਕਿਰਪਾ ਕਰਕੇ ਉਹਨਾਂ ਦੀ ਭਾਵਨਾ, ਉਹਨਾਂ ਦੀ ਭਗਤੀ ਨੂੰ ਭਾਗ ਲਾਏ, ਉਹਨਾਂ ਦੀ ਭਗਤੀ ਕਬੂਲ ਕੀਤੀ। ਪਰਮਾਤਮਾ ਨੇ ਉਹਨਾਂ ਨੂੰ ਆਪਣੀ ਗੋਦ ਬਖਸ਼ੀ। ਇਸ ਕਰਕੇ ਸਤਿਗੁਰੂ ਨੇ ਸ਼ਬਦ ਵਰਤੇ ਕਿ ਜੇ ਤੂੰ ਬੰਦਗੀ ਕਰਨੀ ਹੈ ਫਿਰ ਬਚਪਨ ਤੋਂ ਸ਼ੁਰੂ ਕਰ। ਇਹ ਨਾ ਕਹਿ ਕਿ ਸਮਾਂ ਆਵੇਗਾ, ਥੋੜੇ ਸਮੇਂ ਬਾਅਦ, ਹਲੇ ਉਮਰ ਨਹੀਂ ਤੇ ਮੈਂ ਬੰਦਗੀ ਸ਼ੁਰੂ ਕਰਾਂਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਬਾਰ-ਬਾਰ ਉਪਦੇਸ਼ ਹੁੰਦਾ ਹੈ ਕਿ ਇੱਥੇ ਤੇ ਇੱਕ ਸਾਹ ਦਾ ਭਰੋਸਾ ਨਹੀਂ ਤੇ ਤੂੰ ਆਪਣੇ ਸਾਲਾਂ ਦੇ ਦਾਅਵੇ ਕਰਕੇ ਹੁਣ ਆਪਣਾ ਸਮਾਂ ਗਵਾ ਰਿਹਾ। ਸਤਿਗੁਰੂ ਨੇ ਕਿਹਾ ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਪਤਾ ਨਹੀਂ ਅਗਲਾ ਸਾਹ ਆਉਣਾ ਵੀ ਹੈ ਕਿ ਨਹੀਂ ਆਉਣਾ, ਤੇ ਤੂੰ ਸਾਰੀ ਉਮਰ ਦੇ ਦਾਅਵੇ ਕਰਕੇ ਇਹ ਗੱਲ ਕਹਿ ਰਿਹਾ ਕਿ ਬੁਢੇਪਾ ਆਵੇਗਾ ਤੇ ਜਪਾਂਗਾ। ਕਿਉਂਕਿ ਸੱਚੀ ਗੱਲ ਹੈ, ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ, ਜੇ ਕਿਸੇ ਨੂੰ ਇਹ ਕਿਹਾ ਜਾਵੇ ਕਿ ਖੰਡੇ ਬਾਟੇ ਦੀ ਪੋਲ ਕਿਉਂ ਨਹੀਂ ਲਈ, ਅੰਮ੍ਰਿਤ ਕਿਉਂ ਨਹੀਂ ਛਕਿਆ, ਤੇ ਕਵੇਗਾ ਹਲੇ ਸਮਾਂ ਨਹੀਂ ਆਇਆ, ਹਲੇ ਹੁਕਮ ਨਹੀਂ ਹੋਇਆ, ਹਲੇ ਉਮਰ ਨਹੀਂ ਹੈ, ਜਦੋਂ ਉਮਰ ਹੋਵੇਗੀ ਤੇ ਛਕ ਲਵਾਂਗੇ। ਪਰ ਸਤਿਗੁਰੂ ਨੇ ਕਿਹਾ ਉਮਰ ਉਦੋਂ ਹੀ ਹੋ ਜਾਂਦੀ ਹੈ ਜਦੋਂ ਤੈਨੂੰ ਪਰਮਾਤਮਾ ਦੀ ਬੰਦਗੀ ਦੀ ਸੋਝੀ ਹੋ ਜਾਵੇ। ਵੇਖੋ ਆਪਾਂ ਇਤਿਹਾਸ ਪੜ੍ਹਾਂਗੇ ਭਗਤ ਧਰੂ ਜੀ ਦਾ
ਭਗਤ ਪ੍ਰਹਿਲਾਦ ਜੀ ਦਾ, ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ, ਪਰਮਾਤਮਾ ਦਾ ਸਿਮਰਨ ਬਚਪਨ ਤੋਂ ਸ਼ੁਰੂ ਕੀਤਾ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਉਹਨਾਂ ਨੂੰ ਸਤਿਕਾਰ ਦਿੱਤਾ। ਅਗਾਂਹ ਜਾ ਕਰਕੇ ਜੇ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨੂੰ ਵਾਚਦੇ ਹਾਂ ਖਾਲਸਾ ਜੀ, ਤੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਲਾਵੇ ਦੇ ਵਿੱਚ ਲਿਆ, ਕਿਉਂਕਿ ਉਹਨਾਂ ਨੂੰ ਵੀ ਬੰਦਗੀ ਕਰਨ ਦੀ, ਭਜਨ ਕਰਨ ਦੀ ਜਾਗ ਜੋ ਬਚਪਨ ਦੇ ਵਿੱਚ ਲੱਗੀ। ਆਪਾਂ ਸਾਰੇ ਇਤਿਹਾਸ ਤੋਂ ਜਾਣੂ ਹਾਂ ਕਿ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੰਗਤਾਂ ਤਾਈ ਉਸ ਨਿਰੰਕਾਰ ਦਾ ਉਪਦੇਸ਼ ਕਰਦੇ ਨੇ, ਤੇ ਇੱਕ 7 ਸਾਲ ਦਾ ਬਾਲਕ ਰੋਜ਼ਾਨਾ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣਨ ਲਈ ਆਉਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਅਕਸਰ ਉਸ ਬਾਲਕ ਤੇ ਪੈਂਦੀ ਹੈ। ਸਤਿਗੁਰੂ ਨੇ ਸੁਭਾਵਕ ਹੀ ਕੁਝ ਦਿਨਾਂ ਬਾਅਦ ਜਦੋਂ ਦੀਵਾਨ ਦੀ ਸਮਾਪਤੀ ਹੋਈ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਸ 7 ਸਾਲ ਦੇ ਬਾਲਕ ਨੂੰ ਪੁੱਛਿਆ ਕਿ ਬੱਚਿਆ ਤੇਰਾ ਨਾਮ ਕੀ ਹੈ? ਉਹਨੇ ਕਿਹਾ ਮੇਰਾ ਨਾਮ ਬੂੜਾ। ਸਤਿਗੁਰੂ ਨੇ ਕਿਹਾ ਇਤਨੀ ਨਿੱਕੀ ਉਮਰ, ਇਤਨੀ ਛੋਟੀ ਆਯੂ, ਤੇ ਇਸ ਤਰ੍ਹਾਂ ਕੀਰਤਨ ਸੁਣਨ ਦੀ ਜਾਗ ਕਿੱਧਰੋਂ ਲੱਗੀ? ਸਤ ਸੰਗਤ ਦੇ ਵਿੱਚ ਆਉਣ ਦੀ ਜਾਗ ਕਿਸ ਤਰ੍ਹਾਂ ਲੱਗੀ? ਪਰਮਾਤਮਾ ਦੀ ਬੰਦਗੀ ਕਰਨ ਦੀ ਸੋਝੀ ਕਿਸ ਤਰ੍ਹਾਂ ਹੋਈ? ਤੇ ਉਸ 7 ਸਾਲ ਦੇ ਬਾਲਕ ਭਾਵ ਕੇ ਬਾਬਾ ਬੁੱਢਾ ਸਾਹਿਬ ਦੇ ਬਚਨ ਸਨ ਕਿ ਸਤਿਗੁਰੂ, ਮੈਂ ਇੱਕ ਦਿਨ ਆਪਣੀ ਮਾਤਾ ਨੂੰ ਖਾਣਾ ਪਕਾਉਂਦੇ ਵੇਖਿਆ, ਤੇ ਮੈਂ ਵੇਖਿਆ ਜਦੋਂ ਮੇਰੀ ਮਾਤਾ ਨੇ ਚੁੱਲ੍ਹ ਬਾਲੀ ਤਾਂ ਉਸ ਚੁੱਲ੍ਹ ਦੇ ਵਿੱਚ ਜਿਹੜੀ ਅਗਨੀ ਬਲ ਰਹੀ ਸੀ, ਉਸ ਅਗਨੀ ਦੀ ਲਪੇਟ ਦੇ ਵਿੱਚ ਸਭ ਤੋਂ ਪਹਿਲਾਂ ਲੱਕੜ ਦੇ ਛੋਟੇ ਛੋਟੇ ਟੁਕੜੇ ਆਏ। ਲੱਕੜ ਦੇ ਛੋਟੇ ਛੋਟੇ ਟੁਕੜੇ ਸਭ ਤੋਂ ਪਹਿਲਾਂ ਅੱਗ ਨੇ ਆਪਣੀ ਪਕੜ ਵਿੱਚ ਲਏ, ਪਰ ਜਿਹੜੇ ਵੱਡੇ ਟੁਕੜੇ ਸਨ ਲੱਕੜ ਦੇ, ਉਹ ਅੱਗ ਦੀ ਲਪੇਟ ਵਿੱਚ ਬਾਅਦ 'ਚੋਂ ਆਏ। ਤੇ ਮੇਰੇ ਮਨ ਦੇ ਵਿੱਚ ਫੁਰਨਾ ਆਇਆ ਕਿ ਮੈਂ ਵੀ ਤੇ ਨਿੱਕਾ ਜਿਹਾ ਵਾਂ, ਇਹ ਨਾ ਹੋਵੇ ਕਿ ਜਮਾਂ ਦੀ ਅੱਗ ਦੇ ਵਿੱਚ ਕਿਤੇ ਸਭ ਤੋਂ ਪਹਿਲਾਂ ਲਪੇਟ ਵਿੱਚ ਮੈਂ ਆ ਜਾਵਾਂ। ਇਸ ਕਰਕੇ ਸਤਿਗੁਰੂ ਕਿਰਪਾ ਕਰੋ, ਮੈਨੂੰ ਜਮਾਂ ਦੀ ਲਪੇਟ ਤੋਂ ਬਚਾਓ। ਸੋ ਕਹਿਣ ਤੋਂ ਭਾਵ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੀ ਇਹੀ ਗੁਰੂ ਕਿਆਂ ਸਿੱਖਾਂ ਤਾਈ ਉਪਦੇਸ਼ ਕਰਦੇ ਆ ਕਿ ਗੁਰੂ ਕਿਆ ਸਿੱਖਾਂ 3 ਅਵਸਥਾਵਾਂ ਨੇ। ਇਹ ਨਾ ਸਮਝ ਕੇ ਮੈਂ ਇਸ ਅਵਸਥਾ 'ਚ ਨਹੀਂ ਜਪਿਆ ਤੇ ਅਗਾਂਹ ਜਾ ਕੇ ਜਪ ਲਵਾਂਗਾ, ਨਹੀਂ। ਜੇ ਤੈਨੂੰ ਸੋਝੀ ਹੈ, ਜੇ ਤੈਨੂੰ ਅੰਦਰ ਤੜਪ ਲੱਗੀ ਹੈ ਬੰਦਗੀ ਦੀ, ਤੇ ਤੂੰ ਜਪਣਾ ਸ਼ੁਰੂ ਕਰ। ਉਸ ਤੋਂ ਬਾਅਦ ਜੇ ਆਪਾਂ ਸਿੰਘਾਂ ਸੂਰਮਿਆਂ ਦਾ ਇਤਿਹਾਸ ਵਾਚਦੇ ਹਾਂ ਖਾਲਸਾ ਜੀ, ਤੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਜਿਹੜੇ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਹੋਏ, ਉਹਨਾਂ ਦਾ ਇਤਿਹਾਸ ਵਾਚਾਂਗੇ। ਤੇ 4 ਸਾਲ ਦੀ ਆਯੂ ਦੇ ਵਿੱਚ ਆਪਣੀ ਮਾਤਾ ਦੇ ਨਾਲ ਬੈਠ ਕੇ ਤੰਤੀ ਸਾਜ਼ਾਂ ਦੇ ਨਾਲ ਗੁਰੂ ਕੀ ਸੰਗਤ ਵਿੱਚ ਕੀਰਤਨ ਕਰਿਆ ਕਰਦੇ ਨੇ। ਉਹਨਾਂ ਨੂੰ ਵੀ ਜਾਗ ਲੱਗੀ ਬੰਦਗੀ ਦੀ, ਭਜਨ ਦੀ, ਸਿਮਰਨ ਦੀ, ਤੇ ਖਾਲਸਾ ਜੀ ਉਹਨਾਂ ਨੇ ਵੀ ਬਚਪਨ ਦੇ ਵਿੱਚ ਜਾਗ ਲੱਗੀ। ਪਰ ਮੈਂ ਇੱਕ ਬੇਨਤੀ ਹੋਰ ਕਰਾਂ ਕਿ ਬਚਪਨ ਦੇ ਵਿੱਚ ਜਾਗ ਤਾਂ ਲੱਗ ਸਕਦੀ ਹੈ ਜੇ ਮਾਂ ਪਿਓ ਬੱਚੇ ਨੂੰ ਬਚਪਨ ਦੇ ਵਿੱਚ ਜਾਗ ਲਾਵੇ, ਜੇ ਗੁਰੂ ਕੀਆਂ ਸਾਖੀਆਂ ਸੁਣਾਵੇ, ਜੇ ਗੁਰੂ ਕੀ ਸਿੱਖਿਆਵਾਂ ਦੇਵੇ। ਕਿਉਂਕਿ ਜੇ ਮਾਤਾ ਪਿਤਾ ਸੰਸਾਰ ਦੀ ਪੜ੍ਹਾਈ ਦੇ ਲਈ ਬੱਚੇ ਨੂੰ ਇਹ ਸਿੱਖਿਆ ਦੇ ਸਕਦੇ ਨੇ ਕਿ ਸੰਸਾਰ ਦੀ ਪੜ੍ਹਾਈ ਕਰਕੇ ਹੀ ਤੇਰਾ ਜੀਵਨ ਸੁਖੈਲਾ ਹੋਵੇਗਾ, ਤੇ ਫਿਰ ਇਹ ਵੀ ਸੱਚ ਹੈ ਕਿ ਨਿਰੰਕਾਰ ਦੀ ਪੜ੍ਹਾਈ ਦੇ ਲਈ ਵੀ ਸਿੱਖਿਆ ਮਾਤਾ ਪਿਤਾ ਦੀ ਦਿੱਤੀ ਹੋਈ ਸਿੱਖਿਆ ਕੰਮ ਜ਼ਰੂਰ ਕਰੇਗੀ। ਸੋ ਮਾਤਾ ਪਿਤਾ, ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਸੱਚਮੁੱਚ ਨਮਸਕਾਰ ਹੋਵੇਗੀ ਕਿ ਮਾਤਾ ਪਿਤਾ ਆਪਣੇ ਬੱਚਿਆਂ ਦੇ ਨਾਲ ਬੈਠ ਕਰਕੇ, ਆਪਣੇ ਬੱਚਿਆਂ ਨੂੰ ਨਾਲ ਬਿਠਾ ਕਰਕੇ ਗੁਰੂ ਕੀਆਂ ਬਾਤਾਂ ਪਾਉਣ, ਗੁਰੂ ਕੀਆਂ ਸਾਖੀਆਂ ਸੁਣਾਉਣ, ਗੁਰੂ ਕਾ ਸਿਮਰਨ ਕਰਨ, ਗੁਰੂ ਕੀ ਬਾਣੀ ਦਾ ਅਭਿਆਸ ਕਰਨ, ਤਾਂ ਜੋ ਬੱਚਿਆਂ ਦੇ ਵਿੱਚ ਵੀ ਗੁਰੂ ਕੀ ਬਾਣੀ ਦੀ ਜਾਗ ਲੱਗੇ, ਸਿਮਰਨ ਦੀ ਗੁੜਤੀ ਆਵੇ। ਮੈਂ ਬੇਨਤੀ ਕਰਾਂ, ਅੱਜ ਆਪਾਂ ਦੇਖਦੇ ਹਾਂ ਅੱਜ ਦੇ ਜੋ ਹਾਲਾਤ ਨੇ ਕਿ ਬੱਚੇ ਨੌਜਵਾਨ ਨਸ਼ਿਆਂ ਵਿੱਚ ਗਲਕਤ ਹੋ ਰਹੇ ਨੇ, ਮਾਤਾ ਪਿਤਾ ਤੋਂ ਟੁੱਟਦੇ ਜਾ ਰਹੇ ਨੇ। ਉਹਦਾ ਕਾਰਨ ਕੀ ਹੈ ਕਿ ਮਾਤਾ ਪਿਤਾ ਨੇ ਵੀ ਕਦੇ ਬੱਚਿਆਂ ਨੂੰ ਗੋਦ ਦੇ ਵਿੱਚ ਬਿਠਾ ਕਰਕੇ ਉਸ ਪਰਮਾਤਮਾ ਦੀ ਬੰਦਗੀ ਦੀ ਦਾਤ, ਉਸ ਪਰਮਾਤਮਾ ਦੀ ਬੰਦਗੀ ਦੀ ਬਖਸ਼ਿਸ਼ ਤੋਂ ਜਾਣੂ ਨਹੀਂ ਕਰਾਇਆ। ਸੋ ਯਤਨ ਕਰਨਾ ਚਾਹੀਦਾ। ਸਤਿਗੁਰੂ ਕਹਿੰਦੇ 3 ਅਵਸਥਾਵਾਂ ਨੇ, 3 ਪੜਾਅ ਨੇ, ਬਾਲ ਜਵਾਨੀ ਅਰ ਬਿਰਧ ਫੁਨ, 3 ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਣ। ਪਰ ਜੇ ਤੂੰ ਇਹਨਾਂ 3 ਅਵਸਥਾਵਾਂ ਦੇ ਵਿੱਚ ਰਹਿ ਕੇ ਵੀ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਹਰੀ ਦਾ ਭਜਨ ਨਹੀਂ ਕੀਤਾ, ਉਸ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਤੇ ਇਹ ਸਭ ਵਿਅਰਥ ਹੈ। ਤੇ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਕਿ ਸੰਸਾਰ ਦੇ ਵਿੱਚ ਇਨਸਾਨ ਆਪਣੇ ਜੀਵਨ ਦੇ ਵਿੱਚ ਬਹੁਤ ਚਤੁਰ ਬਣਦਾ ਹੈ।
ਬਹੁਤ ਸਿਆਣਾ ਬਣਦਾ ਹੈ। ਹਰ ਇੱਕ ਕੰਮ ਕਰਨ ਤੋਂ ਪਹਿਲਾਂ ਮੁਨਾਫਾ ਜਾਂ ਨੁਕਸਾਨ ਵੇਖਦਾ ਕਿ ਜਿਹੜਾ ਕੰਮ ਕਰਨ ਜਾ ਰਿਹਾ ਇਹਦੇ ਵਿੱਚ ਮੁਨਾਫਾ ਕਿੰਨਾ ਕੁ ਹੈ, ਇਸ ਕੰਮ ਦੇ ਵਿੱਚ ਨੁਕਸਾਨ ਕਿੰਨਾ ਕੁ ਹੈ। ਅਤੇ ਨੁਕਸਾਨ ਵਾਲੇ ਕੰਮ ਨੂੰ ਛੇਤੀ ਕਿਤਿਆਂ ਹੱਥ ਨਹੀਂ ਪਾਉਂਦਾ, ਹਮੇਸ਼ਾ ਲਾਭ ਵਾਲਾ, ਮੁਨਾਫੇ ਵਾਲਾ, ਪ੍ਰੋਫਿਟ ਵਾਲਾ ਕੰਮ ਕਰੇਗਾ। ਪਰ ਹੈਰਾਨੀ ਦੀ ਗੱਲ ਹੈ ਕਿ ਸੰਸਾਰ ਦਾ ਜੀਵਨ ਜੀਣਾ ਹੋਵੇ ਤੇ ਮੁਨਾਫੇ ਵਾਲੇ ਕੰਮ ਨੂੰ ਭੱਜ ਕੇ ਫੜੇਗਾ, ਨੁਕਸਾਨ ਵਾਲੇ ਕੰਮ ਨੂੰ ਹੱਥ ਨਹੀਂ ਪਾਉਂਦਾ। ਪਰ ਜਦੋਂ ਨਿਰੰਕਾਰ ਦੇ ਦੇਸ਼ ਦੀ ਯਾਤਰਾ ਕਰਨੀ ਹੋਵੇ, ਸਿਮਰਨ ਭਜਨ ਦੀ ਗੱਲ ਹੋਵੇ ਤੇ ਨੁਕਸਾਨ ਵਾਲੇ ਕੰਮ ਨੂੰ ਜਾ ਕੇ ਜੱਫਾ ਪਾ ਲੈਂਦਾ, ਪਰ ਮੁਨਾਫੇ ਵਾਲੇ ਕੰਮ ਵੱਲ ਮੂੰਹ ਵੀ ਨਹੀਂ ਕਰਦਾ। ਸੋ ਸਤਿਗੁਰੂ ਨੇ ਕਿਹਾ ਕਿ ਆਪਣੇ ਜੀਵਨ ਨੂੰ ਵਿਅਰਥ ਨਾ ਗਵਾ। ਇਹ ਤੇਰਾ ਜੀਵਨ, ਇਹ ਬਹੁਤ ਬਖਸ਼ਿਸ਼ ਦੁਆਰਾ, ਰਹਿਮਤ ਦੁਆਰਾ ਪਰਮਾਤਮਾ ਨੇ ਤੇਰੇ ਤੇ ਕਿਰਪਾ ਕਰਕੇ ਤੈਨੂੰ ਬਖਸ਼ਿਆ। ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਪਰਮਾਤਮਾ ਨੇ ਜੀਵਨ ਬਖਸ਼ਿਆ, ਇਹ ਕੀਮਤੀ ਸਵਾਸ ਬਖਸ਼ੇ ਨੇ। ਆਪਣੇ ਇਹਨਾਂ ਕੀਮਤੀ ਸਵਾਸਾਂ ਨੂੰ ਐਵੇਂ ਵਿਅਰਥ ਨਾ ਗਵਾ। ਮੈਂ ਇੱਕ ਇਤਿਹਾਸ ਦੇ ਵਿੱਚੋਂ ਆਪ ਜੀ ਦੇ ਨਾਲ ਝਾਤ ਸਾਂਝੀ ਕਰਾਂ ਕਿ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ, ਉਹ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਸਜੇ ਹੋਏ ਨੇ, ਜਿੱਥੇ ਅੱਜ ਹੀਰਾ ਘਾਟ ਗੁਰਦੁਆਰਾ ਸਾਹਿਬ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਲੱਗਾ। ਸ਼ਸਤਰਧਾਰੀ ਫੌਜਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨਿਕਟ ਖੜੀਆਂ ਨੇ। ਕੀਰਤਨ ਹੋ ਰਿਹਾ ਗੁਰੂ ਕੀ ਬਾਣੀ ਦਾ। ਕਹਿੰਦੇ ਨੇ ਇਤਨੇ ਨੂੰ ਇੱਕ ਬਾਦਸ਼ਾਹ ਆਇਆ ਔਰ ਉਸ ਬਾਦਸ਼ਾਹ ਨੇ ਇੱਕ ਬੇਸ਼ੁਮਾਰ ਕੀਮਤੀ ਹੀਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਪੇਸ਼ ਕੀਤਾ ਕਿ ਮਹਾਰਾਜ ਜੀ, ਆਪ ਜੀ ਦੇ ਲਈ ਭੇਟਾ ਲਿਆਇਆ, ਕਿਤੇ ਕਿਰਪਾ ਕਰੋ ਇਸ ਭੇਟਾ ਨੂੰ ਪ੍ਰਵਾਨ ਕਰੋ। ਪਰ ਉਹਦੇ ਮਨ ਵਿੱਚ ਇਹ ਹੰਕਾਰ ਸੀ ਕਿ ਇਹੋ ਜਿਹਾ ਬੇਸ਼ੁਮਾਰ ਕੀਮਤੀ ਹੀਰਾ ਗੁਰੂ ਦੇ ਖਜ਼ਾਨੇ ਵਿੱਚ ਨਹੀਂ ਹੋਵੇਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ ਦੇ ਮਾਲਕ, ਜਿਹੜੇ ਘਟ ਘਟ ਦੀ ਜਾਣਦੇ ਨੇ, ਹਰ ਇੱਕ ਦੇ ਦਿਲ ਦੇ ਅੰਦਰ ਦੀ ਜਾਣਦੇ ਨੇ। ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਅੰਤਰਜਾਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਹੀਰੇ ਨੂੰ ਪਕੜਿਆ, ਉਸ ਹੀਰੇ ਨੂੰ ਨਿਗਾਹ ਭਰ ਕੇ ਵੇਖਿਆ ਔਰ ਬਾਅਦ ਵਿੱਚ ਉਸ ਹੀਰੇ ਨੂੰ ਦਰਿਆ ਦੇ ਵਿੱਚ ਵਗਾ ਦਿੱਤਾ। ਬਾਦਸ਼ਾਹ ਸੋਚਣ ਲੱਗਾ, ਇਤਨਾ ਬੇਸ਼ੁਮਾਰ ਕੀਮਤੀ ਹੀਰਾ, ਕੋਈ ਕੀਮਤ ਨਹੀਂ। ਸਤਿਗੁਰੂ ਤੁਸਾਂ ਨੇ ਉਸ ਬੇਸ਼ੁਮਾਰ ਕੀਮਤੀ ਹੀਰੇ ਨੂੰ ਦਰਿਆ ਦੇ ਵਿੱਚ ਵਗਾ ਦਿੱਤਾ, ਉਹਦੀ ਕੀਮਤ ਕਈ ਨਗਰ ਵੇਚ ਕੇ ਬਣਦੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਿ ਬਾਦਸ਼ਾਹ ਕਿਉਂ ਤੱਤਾ ਪਿਆ ਹੁੰਦਾ, ਜਾ ਕੇ ਦਰਿਆ ਵਿੱਚੋਂ ਆਪਣਾ ਹੀਰਾ ਲੱਭ ਲੈ। ਦਰਿਆ ਦੇ ਵਿੱਚ ਗਿਆ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਦਰਿਆ ਦੇ ਵਿੱਚ ਝਾਤ ਪਾਈ ਤੇ ਉਹਦੇ ਹੀਰੇ ਤੋਂ ਵੱਧ ਕੀਮਤੀ ਹੀਰੇ ਉੱਥੇ ਮੌਜੂਦ ਸਨ। ਬਾਦਸ਼ਾਹ ਨੇ ਆਪਣਾ ਮੂੰਹ ਲਮਕਾ ਕਰਕੇ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਵਾਪਸ ਆਇਆ ਤੇ ਮਨ ਵਿੱਚ ਸੋਚਣ ਲੱਗਾ ਕਿ ਸ਼ਾਇਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਝਾਉਣਾ ਚਾਹੁੰਦੇ ਸਨ ਕਿ ਮੇਰੇ ਕੋਲ ਤੇਰੇ ਤੋਂ ਵੱਧ ਕੀਮਤੀ ਹੀਰੇ ਨੇ। ਹਾਲੇ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਿੱਤੀ ਹੋਈ ਸਿੱਖਿਆ ਨੂੰ ਸਮਝ ਨਾ ਸਕਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹਦੇ ਅੰਦਰ ਦੀ ਜਾਣਨ ਵਾਲੇ ਪਾਤਸ਼ਾਹ ਮੁਸਕਰਾ ਪਏ ਤੇ ਸਤਿਗੁਰੂ ਹੱਸ ਪਏ, ਕਹਿਣ ਲੱਗੇ ਹਜੇ ਤੀਰ ਨਿਸ਼ਾਨੇ ਤੇ ਨਹੀਂ ਲੱਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਬਾਦਸ਼ਾਹ ਮੈਂ ਤੈਨੂੰ ਇਹ ਨਹੀਂ ਦੱਸਣਾ ਚਾਹੁੰਦਾ ਕਿ ਮੇਰੇ ਖਜ਼ਾਨੇ ਦੇ ਵਿੱਚ ਤੇਰੇ ਹੀਰੇ ਤੋਂ ਵੱਧ ਕੀਮਤੀ ਹੀਰੇ ਨੇ, ਮੈਂ ਤੇ ਇਹ ਦੱਸਣਾ ਚਾਹੁੰਦਾ ਕਿ ਤੇਰਾ ਇੱਕ ਨਿੱਕਾ ਜਿਹਾ ਕੀਮਤੀ ਹੀਰਾ ਦਰਿਆ ਵਿੱਚ ਸੁੱਟਿਆ ਗਿਆ ਤੇ ਤੈਨੂੰ ਬਹੁਤ ਦੁੱਖ ਲੱਗਾ, ਪਰ ਉਸ ਪਰਮਾਤਮਾ ਨੇ ਐਸੇ ਬੇਸ਼ੁਮਾਰ ਕੀਮਤੀ ਹੀਰਿਆਂ ਵਰਗੇ ਸਵਾਸ ਤੈਨੂੰ ਬਖਸ਼ੇ ਨੇ ਤੇ ਤੇਰੇ ਸਵਾਸ ਦਿਨ ਹੀ ਇਸ ਤਰ੍ਹਾਂ ਵਿਅਰਥ ਜਾ ਰਹੇ ਨੇ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ, ਪਰ ਕਦੇ ਤੈਨੂੰ ਸਵਾਸਾਂ ਦਾ ਦੁੱਖ ਲੱਗਾ ਕਿ ਐਸੇ ਬੇਸ਼ੁਮਾਰ ਕੀਮਤੀ ਸਵਾਸ ਮੇਰੇ ਵਿਅਰਥ ਜਾ ਰਹੇ ਨੇ। ਔਰ ਇਹ ਸੱਚ ਹੈ ਖਾਲਸਾ ਜੀ, ਭਾਵੇਂ ਅਰਬਾਂ ਪਤੀ ਖਰਬਾਂ ਪਤੀ ਹੋਵੇ ਪਰ ਕਦੇ ਵੀ ਉਹ ਸਾਹ ਕਿਰਾਏ ਦੇ ਉੱਤੇ ਜਾਂ ਸਾਹ ਮੰਗਵੇ ਨਹੀਂ ਲੈ ਸਕਦਾ, ਸਾਹ ਖਰੀਦ ਨਹੀਂ ਸਕਦਾ, ਕਿਉਂਕਿ ਸਾਹ ਉਸ ਪਰਮਾਤਮਾ ਦੀ ਇਹ ਸਵਾਸ ਅਨਮੋਲ ਦਾਤ ਨੇ। ਸੋ ਇਸੇ ਕਰਕੇ ਸਤਿਗੁਰੂ ਨੇ ਕਿਹਾ ਕਿ 3 ਪੜਾਅ ਨੇ ਤੇਰੇ ਜੀਵਨ ਦੇ, 3 ਪੜਾਅ ਨੇ ਤੇਰੇ ਇਸ ਇਨਸਾਨੀ ਜੀਵਨ ਦੇ, ਤੇ ਤੂੰ ਇਹਨਾਂ ਪੜਾਵਾਂ ਨੂੰ ਸੰਭਾਲ। ਇਹਨਾਂ ਦੀ ਇਹ ਜੋ ਤੈਨੂੰ ਅਵਸਰ ਮਿਲਿਆ ਹੈ, ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹਨੂੰ ਸੰਭਾਲ ਔਰ ਆਪਣੇ ਇਸ ਇਨਸਾਨੀ ਜੀਵਨ ਦੇ ਵਿੱਚ ਹੰਬਲਾ ਮਾਰ ਕੇ ਉਸ ਪਰਮਾਤਮਾ ਦੀ
ਇਬਾਦਤ ਕਰ, ਉਸ ਪਰਮਾਤਮਾ ਦੀ ਬੰਦਗੀ ਕਰ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਬਾਲ, ਜਵਾਨੀ ਅਰ ਬਿਰਧ ਫੁਨ, ਇਹ ਤਿੰਨ ਅਵਸਥਾਵਾਂ ਨੇ, ਬਚਪਨ, ਜਵਾਨੀ ਤੇ ਬੁਢੇਪਾ, ਤੀਨ ਅਵਸਥਾ ਜਾਣ। ਪਰੰਤੂ ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਣ। ਹਰੀ ਦੇ ਭਜਨ ਤੋਂ ਬਿਨਾ, ਪਰਮਾਤਮਾ ਦੀ ਬੰਦਗੀ ਤੋਂ ਬਿਨਾ ਇਹ ਸਭ ਹੀ ਵਿਅਰਥ ਹੈ। ਸੋ ਸਤਿਗੁਰ ਕਿਰਪਾ ਕਰਨ ਕਿਤੇ ਸਾਨੂੰ ਪਰਮਾਤਮਾ ਦੀ ਇਬਾਦਤ ਕਰਨ ਦੀ, ਸਿਮਰਨ ਕਰਨ ਦੀ ਜਾਗ ਲੱਗ ਪਵੇ। ਸੋ ਅੱਜ ਦੀ ਵਿਚਾਰ ਦੇ ਵਿੱਚ ਸਤਿਗੁਰੂ ਨੇ ਇਹੀ ਕਿਹਾ ਕਿ ਹੰਬਲਾ ਮਾਰ ਔਰ ਪਰਮਾਤਮਾ ਦੀ ਬੰਦਗੀ ਕਰ। ਸੋ ਆਓ ਅੰਤ ਦੇ ਵਿੱਚ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਖਿਮਾ ਦੇ ਜਾਚਕ ਹੋਈਏ ਜੀ। ਬਾਲ, ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।